परम सन्मानयोग जुगो जुग अटल तख्त चबर दे मालक धन धन साहिब श्री गुरु ग्रंथ साहिब जी महाराज जी दी पावन पवित्र हजूरी अंदर सुभाएमान सत संगी जनों, आओ गुरु चरना विच बैठन दा सुभाग गुरु की कृपा बख्शिश दा सदका प्राप्त होया है। अमृत बाणी विच आपां बचन पढ़दे हां कि गुरु चंदन दी तरह शब्द वरतिया, जिमें चंदन दे कोल खलोते रुखां विच महक सुगंध पैदा हुंदी आ। जदों कोई गुरु की सत संगत करदा है ते अमृत बाणी दे बचन ने कहन लगे, कबीर चंदन का बिरबा भला बेड़े ढाक पलास, ओए भी चंदन होए रहे हैं बसे जो चंदन पास। जदों कोई गुरु की संगत करदा है ते सच जानो गुरु चंदन की तरह, ते गुरु सिख अंदर मनुख अंदर चंगे गुण भर दिंदा है। बाणी ने जां एक बचन होर किया, इत्थे ते क्या भी संगत कर गुरु दी चंगे गुण भरे जाणगे। ते जां बाणी विच एक होर बचन आउंदा है, सतगुरु कहिंदे आ, कहन लगे साकत बंदे दा संग ना करी। साकत दा अर्थ हुंदा है परमेश्वर दे नाम तो टुटिया होया मनुख, माड़े कर्म करन वाला। ते पुछया महाराज क्यों? कहन लगे साकत बंदा काले भांडे वर्गा है। काला भांडा जदों कोई चुकदा है ना, ते मल्लो जोरी बंदे नूं कालख लागी जांदी है। महाराज कहंदे मनमुख दी साकत दी संग ना करी। शब्द वरतिया, साकत संग ना कीजिए दूरें जाइए भाग, वासन कारू परसीए तो कछ लागै दाग। ਇਹਦਾ मतलब गुरु सानू जीवन च कहंदा भी एक पासे तू संगत कर गुरु दी गुरमुखां दी, ते दूसरे पासे सानू वरज के कहणगे भी तू सत संगत नहीं करनी मनमुखां दी ते साकत बंदियां दी। आओ गुरु चरनां विच बैठे हो, सुभागे हो जो गुरु चरनां विच बैठ के सतगुरु दी अमृत बाणी सुणदे हो। अरदास दी आपां लड़ीवार व्याख्या गुरु की आसीस ते किरपा नाल करदे हां। ते आपां हुण तक ਜਿਹੜੇ ਪੰਜਾਂ ਤਖਤਾਂ ਵਿੱਚੋਂ ਤਿੰਨ ਤਖਤਾਂ ਦਾ ਜ਼ਿਕਰ ਵਿਚਾਰ ਆਪਾਂ ਕੀਤੀ ਆ। ਅਰਦਾਸ ਦਾ ਸ਼ਬਦ ਆਉਂਦਾ ਚੌਥਾ ਬੰਦ, ਪਹਿਰਾ ਕਹਿ ਲਓ, ਬੰਦ ਕਹਿ ਲਓ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਕਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਤੇ ਪੰਜਾਂ ਤਖਤਾਂ ਵਿੱਚੋਂ ਪਹਿਲਾ ਤਖਤ ਆਪਾਂ ਵਿਚਾਰਿਆ ਸੀ ਸ੍ਰੀ ਅਕਾਲ ਤਖਤ ਸਾਹਿਬ, श्री ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਦੂਜਾ ਤਖਤ श्री ਹਰਮੰਦਰ ਸਾਹਿਬ ਪਟਨਾ ਸਾਹਿਬ ਵਿਖੇ। ਤੀਜਾ ਤਖਤ श्री ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦੀ ਧਰਤੀ ਤੇ। ਤੇ ਚੌਥਾ ਤਖਤ ਜਿਹਨੂੰ ਆਪਾਂ ਮਾਲਵੇ ਦੀ ਧਰਤੀ ਤੇ ਆ, ਜਿਹਨੂੰ ਆਪਾਂ ਅੱਜ ਵਿਚਾਰਨਾ। ਇਸ ਤਖਤ ਦਾ ਨਾਮ ਆਪਾਂ ਪੜ੍ਹਦੇ ਹਾਂ श्री ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਇਹਦੇ ਇਤਿਹਾਸ ਨੂੰ ਵਿਚਾਰਨੇ ਸੰਖੇਪ ਜਿਹਾ। ਇੱਕ ਵਾਰ ਗੁਰੂ ਬਖਸ਼ੀ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਗੱਲ ਤੇ ਯਾਦ ਰੱਖੋ ਵੀ ਇੱਥੇ ਸ਼ਬਦ ਵਰਤਿਆ ਸਾਬੋ ਕੀ ਤਲਵੰਡੀ, ਤਾਂ ਇਹਦਾ ਭਾਵ ਹੋ ਗਿਆ ਵੀ ਸਾਬੋ ਕੋਈ ਨਾ ਕੋਈ ਤੇ ਹੋਏਗਾ। ਤਾਂ ਇਤਿਹਾਸ ਵਿੱਚ ਇਸ ਗੱਲ ਦਾ ਜ਼ਿਕਰ ਹੈ ਕਿ ਇੱਕ ਜ਼ਿਮੀਂਦਾਰ ਸੀ ਸਾਬੋ, ਖੇਤੀ ਕਰਨ ਵਾਲਾ। ਉਸ ਜ਼ਿਮੀਂਦਾਰ ਦੇ ਕਿਸੇ ਵੇਲੇ ਇੱਥੇ ਉਹਦਾ ਕਹਿ ਲਓ ਰਾਜ ਭਾਗ ਉਹਦਾ ਇੱਥੋਂ ਦਾ ਵਸੇਵਾ ਸੀ। ਤਲਵੰਡੀ ਜਿਹੜਾ ਸ਼ਬਦ ਹੈ ਨਾ, ਇਹਦੇ ਅਰਥ ਵਿਦਵਾਨ ਪੁਰਖ ਦੋ ਢੰਗਾਂ ਨਾਲ ਕਰਦੇ ਆ। ਤਲ ਦਾ ਆਖਰੀ ਅਰਥ ਹੁੰਦੇ ਜ਼ਮੀਨ, ਵੰਡੀ ਦਾ ਅਰਥ ਹੁੰਦੇ ਵੰਡਣਾ।
ਇੱਕ ਤੇ ਵਿਦਵਾਨ ਕਹਿੰਦੇ ਆ ਕਿ ਜਿਹੜਾ ਸਾਬੂ ਨਾਮ ਦਾ ਜ਼ਿਮੀਂਦਾਰ ਸੀ, ਤੇ ਜਦੋਂ ਉਹਨੇ ਆਪਣੇ ਭਰਾਵਾਂ ਦੇ ਨਾਲ ਜ਼ਮੀਨ ਦੀ, ਬਾਪ ਦਾਦੇ ਦੀ ਜ਼ਮੀਨ ਦੀ ਵੰਡ ਪਾਈ, ਤੇ ਉਹਨੂੰ ਜ਼ਮੀਨ ਜਦੋਂ ਵੰਡੀ ਗਈ ਤੇ ਜਿਹੜਾ ਹਿੱਸਾ ਆਇਆ ਉਹਨੂੰ ਤਲਵੰਡੀ ਕਿਹਾ, ਸਾਬੂ ਕੀ। ਭਾਵ ਤਲ ਦਾ ਅਰਥ ਜ਼ਮੀਨ, ਵੰਡੀ ਦਾ ਅਰਥ ਜ਼ਮੀਨ ਵੰਡੀ। ਜਦੋਂ ਪਿਓ ਦਾਦੇ ਦੀ ਜ਼ਮੀਨ ਭਰਾਵਾਂ ਨੇ ਵੰਡੀ ਤੇ ਜਿਹੜਾ ਤਖਤ ਬਣਿਆ ਤੇ ਇਹ ਹਿੱਸਾ ਸੀ ਜਿਹੜਾ ਜ਼ਮੀਨ ਦਾ, ਇਹ ਸਾਬੂ ਦੇ ਹਿੱਸੇ ਆਇਆ ਸੀ, ਤਾਂ ਕਿ ਸਾਬੂ ਕੀ ਤਲਵੰਡੀ। ਤੇ ਇੱਕ ਵਿਦਵਾਨ ਇਹਦਾ ਅਰਥ ਕਰਦਾ ਹੈ, ਉਹ ਥੋੜ੍ਹਾ ਜਿਹਾ ਹਟਵਾਂ ਅਰਥ ਕਰਦਾ, ਤਲਬ ਤੇ ਵੰਡੀ ਸੰਧੀ ਛੇਦ ਕਰਕੇ ਸ਼ਬਦਾਂ ਨੂੰ। ਤਲਬ ਦਾ ਅਰਥ ਹੁੰਦਾ ਤਨਖਾਹ, ਵੰਡੀ ਦਾ ਅਰਥ ਵੰਡਣਾ। ਕਹਿੰਦੇ ਨੇ ਜਿਹੜਾ ਸਾਬੂ ਚੌਧਰੀ ਸੀ ਵਕਤ ਦਾ ਕਹਿ ਲਓ, ਉਹਨੇ ਆਪਣੇ ਨੌਕਰਾਂ ਨੂੰ, ਆਪਣੇ ਆਦਮੀਆਂ ਨੂੰ ਇਸ ਥਾਂ 'ਤੇ ਬੈਠ ਕੇ, ਇਸ ਜਗ੍ਹਾ, ਇਸ ਨਗਰ ਤੇ ਇਲਾਕੇ ਵਿੱਚ ਬੈਠ ਕੇ ਤਲਬ, ਤਨਖਾਹਾਂ ਵੰਡੀਆਂ ਸਨ। ਉਹ ਇਹਦਾ ਅਰਥ ਇਹ ਕਰਦਾ ਹੈ। ਤੋ ਇਹ ਅਸਲ ਵਿੱਚ ਇਹ ਗੱਲ ਯਾਦ ਰੱਖੋ, ਸਾਬੂ ਨਾਮ ਦਾ ਇੱਕ ਜ਼ਿਮੀਂਦਾਰ ਸੀ, ਉਹਦੀ ਆਪਣੀ ਜ਼ਮੀਨ ਜਾਇਦਾਦ ਸੀ, ਤੇ ਉਸ ਤੋਂ ਹੀ ਵਕਤੀ ਉਹਦੇ ਕੋਲ ਜਿੰਨੀ ਕੁ ਜ਼ਮੀਨ ਸੀ ਉੱਥੋਂ ਇਹਦਾ ਨਾਮ ਪਿਆ ਸਾਬੂ ਕੀ ਤਲਵੰਡੀ। ਉਹਨੇ ਤੁਸੀਂ ਥੋੜ੍ਹਾ ਹੋਰ ਦੇਖੋ, ਆਪਾਂ ਪੜ੍ਹਦੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਇਆ, ਤੇ ਆਪਾਂ ਉੱਥੇ ਵੀ ਪੜ੍ਹਦੇ ਹਾਂ ਰਾਏ ਭੋਏ ਦੀ ਤਲਵੰਡੀ। ਉੱਥੋਂ ਅਰਥ ਬੜਾ ਸਪਸ਼ਟ ਹੈ ਕਿ ਰਾਏ ਭੋਏ ਜਿਹੜਾ ਸੀ ਉਹ ਰਾਏ ਬੁਲਾਰ ਦਾ ਬਾਪ ਸੀ, ਤੇ ਤਲਵੰਡੀ ਦਾ ਅਰਥ ਹੋ ਗਿਆ ਉਹਦੀ ਜ਼ਮੀਨ ਸੀ। ਇਹਦਾ ਮਤਲਬ ਉੱਥੋਂ ਨਾਮ ਹੀ, ਇਹ ਇਸ ਤਰ੍ਹਾਂ ਨਾਮ ਚੱਲਦੇ ਸਨ ਪਹਿਲਾਂ, ਰਾਏ ਭੋਏ ਦੀ ਤਲਵੰਡੀ ਤੇ ਇੱਥੇ ਸਾਬੂ ਕੀ ਤਲਵੰਡੀ। ਗੁਰਮੁਖੋ ਇੱਥੇ ਦਸਮ ਪਾਤਸ਼ਾਹ ਮਹਾਰਾਜ ਆਉਂਦੇ ਆ। ਆਪਾਂ ਇਤਿਹਾਸ ਪੜ੍ਹਦੇ ਹਾਂ ਕਿ ਜਦੋਂ ਅਨੰਦਪੁਰ ਸਾਹਿਬ ਛੱਡਿਆ, ਫਿਰ ਪਰਤ ਕੇ ਚਮਕੌਰ ਦੀ ਗੜੀ ਦਾ ਸਾਕਾ ਵਾਪਰਿਆ। ਇੱਕ ਪਾਸੇ ਸਰਹੰਦ ਵਿੱਚ ਉਹ ਸਾਕਾ ਵਾਪਰਦਾ ਹੈ, ਤੇ ਜਦੋਂ ਮਹਾਰਾਜ ਮਾਛੀਵਾੜਾ ਹੋ ਕੇ ਤੇ ਇੱਧਰ ਮਾਲਵੇ ਵਿੱਚ ਦੀ ਵਿਚਰਦੇ ਆ। ਉਂਝ ਇਹ ਵੀ ਗੱਲ ਯਾਦ ਰੱਖੋ ਵੀ ਕਾਹਨ ਸਿੰਘ ਨਾਭਾ ਨੇ ਮਹਾਨ ਪੋਸ਼ ਵਿੱਚ ਇੱਕ ਗੱਲ ਦਾ ਜ਼ਿਕਰ ਕੀਤਾ ਹੈ, ਮਾਲਵੇ ਸ਼ਬਦ ਦਾ। ਮਾਲਵੇ ਦਾ ਆਖਰੀ ਅਰਥ ਹੈ ਜੀ ਜੰਗਲ। ਆਹ ਮਾਲਵੇ ਦੇ ਅਰਥ ਜੰਗਲ ਨੇ, ਤੇ ਆਹ ਜਿੰਨਾ ਮਾਲਵਾ ਸੀ ਨਾ, ਕਿਸੇ ਵੇਲੇ ਰੇਤਲੇ ਟਿੱਬੇ ਤੇ ਜੰਗਲੀ ਏਰੀਆ ਸੀ। ਇਹ ਤੇ ਆਪਾਂ ਅੱਜ ਵਾਚਣਾ ਹੈ, ਤੇ ਕਲਗੀਧਰ ਮਹਾਰਾਜ ਦੀ ਬੜੀ ਵੱਡੀ ਕਿਰਪਾ ਵਰਤਾਈ, ਨਹੀਂ ਤੇ ਖਾਣ ਜੋਗੇ ਦਾਣੇ ਨਹੀਂ ਹੁੰਦੇ ਸਨ। ਕਈ ਵਾਰੀ ਗੁਰਮੁਖੋ ਸਤਵੇਂ ਪਾਤਸ਼ਾਹ ਮਹਾਰਾਜ ਮਹਾਰਾਜ ਆਏ ਸਨ, ਤੇ ਸਤਿਗੁਰੂ ਦੇ ਆਉਣ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਮਾਲਵੇ 'ਚ ਕਾਲ ਪੈ ਗਿਆ ਸੀ, ਖਾਣ ਜੋਗੇ ਦਾਣੇ ਨਹੀਂ ਰਹੇ। ਦਸਮ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਖੈਰ, ਹੁਣ ਜਦੋਂ ਮਹਾਰਾਜ ਇੱਥੋਂ ਨਿਕਲਦੇ ਆ ਮਾਛੀਵਾੜੇ ਤੋਂ, ਤੇ ਫਿਰ ਆਲਮਗੀਰ ਤੇ ਇਹਨਾਂ ਸਾਰੇ ਥਾਵਾਂ ਵਿੱਚ ਵਿਚਰਦਿਆਂ ਦੀਨੇ ਕਾਂਗੜ ਤੇ ਇੱਥੋਂ ਦੀ ਜੈਤੋ ਦੀ ਜੂਹ ਵਿੱਚ ਦੀ ਹੋ ਕੇ ਤੇ ਮੁਕਤਸਰ ਸਾਹਿਬ ਜੰਗ ਲੜੀ। ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਮਹਾਰਾਜ ਇੱਥੋਂ ਫਿਰ ਜਾਂਦੇ ਆ ਜੀ ਦਮਦਮਾ ਸਾਹਿਬ, ਸਾਬੂ ਕੀ ਤਲਵੰਡੀ। ਸਾਬੂ ਕੀ ਤਲਵੰਡੀ ਗਏ। ਦਮਦਮਾ ਸਾਹਿਬ ਸ਼ਬਦ ਕਿਉਂ ਵਰਤਿਆ? ਬੜਾ ਸੌਖਾ ਅਰਥ ਹੈ। ਪੂਰਾ ਨਾਮ ਤੇ ਇਹ ਹੈ ਨਾ ਵੀ ਸ਼੍ਰੀ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ। ਦਮਦਮਾ ਸਾਹਿਬ ਤਾਂ ਵਰਤਿਆ, ਮੁਕਤਸਰ ਸਾਹਿਬ ਦੀ ਜੰਗ ਹੋਈ, ਜਿਉਂ ਸਤਿਗੁਰੂ ਮਹਾਰਾਜ ਸਿੱਖਾਂ ਸਮੇਤ ਇੱਥੋਂ ਤੁਰੇ, ਤੇ ਇਹ ਸਾਬੂ ਕੀ ਤਲਵੰਡੀ ਵਿੱਚ ਜਿੱਥੇ ਅੱਜ ਤਖਤ ਸਾਹਿਬ ਬਣਿਆ, ਇੱਥੇ ਜਾ ਕੇ ਮਹਾਰਾਜ ਨੇ ਆਪਣੇ ਕਮਰ ਕੱਸਾ ਖੋਲ੍ਹਿਆ, ਘੋੜਾ ਬੰਨਿਆ, ਤੇ ਇੱਥੇ ਮਹਾਰਾਜ ਨੇ ਦਮ ਲਿਆ ਸੀ। ਰੁਕੇ ਸਨ, ਭਾਵ ਆਰਾਮ ਕੀਤਾ, ਵਿਸ਼ਰਾਮ ਕੀਤਾ। ਤੇ ਅੱਜ ਤੇ ਸ਼ਬਦ ਨਹੀਂ ਵਰਤਦੇ, ਪੁਰਾਤਨ ਸਮੇਂ ਬਜ਼ੁਰਗ ਅਕਸਰ ਵਰਤਦੇ ਸਨ। ਜਦੋਂ ਲੰਮਾ ਸਮਾਂ ਕੰਮ ਕਰ ਲੈਣਾ ਜਾਂ ਪੈਦਲ ਪੈਂਡਾ ਤੈਅ ਕਰਨਾ, ਤੇ ਕਹਿ ਦੇਣਾ ਵੀ ਕੁਝ ਸਮਾਂ ਰੁਕ ਕੇ ਦਮ ਲਵੋ। ਉਂਝ ਦਮ ਦਾ ਅਰਥ ਹੁੰਦਾ ਸਾਹ, ਪਰ ਉਦੋਂ ਸ਼ਬਦ ਵਰਤਦੇ ਸਨ ਕਿ ਦਮ ਲਵੋ। ਮਹਾਰਾਜ ਇੱਥੇ ਰੁਕੇ ਤੇ ਦਮ ਲਿਆ, ਤੇ ਇੱਥੇ ਦਮ ਤੋਂ ਹੀ ਸ਼ਬਦ ਪੈ ਗਿਆ, ਕਲਗੀਧਰ ਜੀ ਦੇ ਚਰਨ ਪਏ ਤੇ ਦਮਦਮਾ ਸਾਹਿਬ। ਜਦੋਂ ਮਹਾਰਾਜ ਇੱਥੇ ਰੁਕੇ, ਤੇ ਗੁਰਮੁਖੋ ਡੱਲਾ ਚੌਧਰੀ ਸੀ ਇੱਥੋਂ ਦੇ ਇਲਾਕੇ ਦਾ,
ਕਲਗੀਧਰ ਜਦੋਂ ਮਹਾਰਾਜ ਆਏ, ਸਿੱਖ ਸੰਗਤ ਨੂੰ ਪਤਾ ਲੱਗਿਆ, ਬੜੀ ਸ਼ਰਧਾ ਨਾਲ ਮਾਲਵੇ ਦੇ ਲੋਕ ਤੇ ਸਿੱਖ ਸੰਗਤਾਂ ਤੇ ਡੱਲਾ ਚੌਧਰੀ ਵੀ ਸ਼ਰਧਾ ਨਾਲ ਗੁਰੂ ਚਰਨਾਂ ਵਿੱਚ ਆਇਆ। ਇੱਥੇ ਯਾਦ ਰੱਖੋ ਇਸ ਗੱਲ ਨੂੰ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਵਾਨ ਸਜੇ, ਗੁਰੂ ਕੇ ਲੰਗਰਾਂ ਦੇ ਪ੍ਰਵਾਹ ਚੱਲੇ। ਇਹਦੇ ਵਿੱਚ ਕੋਈ ਦੋ ਰਾਮਾਂ ਨਹੀਂ, ਡੱਲੇ ਚੌਧਰੀ ਨੇ ਬਹੁਤ ਸੇਵਾ ਕੀਤੀ। ਡੱਲੇ ਚੌਧਰੀ ਨੇ ਸ਼ਰਧਾ ਨਾਲ ਆਉਣਾ ਤੇ ਇਹਨੇ ਗੁਰੂ ਕੇ ਲੰਗਰਾਂ ਵਿੱਚ ਵੀ ਰਸਦ ਪਾਣੀ, ਆਮ ਸਿੱਖ ਸੰਗਤਾਂ ਨੇ ਵੀ ਸੇਵਾਵਾਂ ਕੀਤੀਆਂ। ਤੇ ਇੱਧਰੋਂ ਸੰਗਤਾਂ ਨੇ ਦੂਰ ਦਰਾੜੇ ਤੋਂ ਜਦੋਂ ਆਉਣਾ ਵੀ ਮਾਲਵੇ ਹਜੂਰ ਨੇ ਟਿਕਾਣਾ ਕੀਤਾ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ, ਤੇ ਗੁਰੂ ਕੇ ਸਿੱਖਾਂ ਨੇ ਦੌੜ ਕੇ ਗੁਰੂ ਚਰਨਾਂ ਵਿੱਚ ਜਾਣਾ। ਮਹਾਰਾਜ ਨੇ ਇੱਥੇ ਰੱਬੀ ਉਪਦੇਸ਼ ਵੰਡਿਆ। ਗੁਰਮੁਖੋ, ਇੱਥੇ ਇੱਕ ਮੁਸਲਮਾਨ ਦਾ ਜ਼ਿਕਰ ਆਉਂਦਾ ਹੈ, ਨਾਮ ਇਬਰਾਹਿਮ ਸੀ। ਗੁਰੂ ਤੋਂ ਅੰਮ੍ਰਿਤ ਉਪਦੇਸ਼ ਲੈ ਕੇ ਤੇ ਅੰਮ੍ਰਿਤ ਧਾਰੀ ਬਣ ਕੇ ਤੇ ਬਾਅਦ ਵਿੱਚ ਇਹਦਾ ਨਾਮ ਪਿਆ ਸੀ ਮਹਿਮਾ ਸਿੰਘ। ਇੱਥੇ ਯਾਦ ਰੱਖੋ ਤੁਸੀਂ, ਮਹਾਰਾਜ ਨੇ ਅੰਮ੍ਰਿਤ ਦੇ ਬਾਟੇ ਵੀ ਤਿਆਰ ਕੀਤੇ ਤੇ ਇੱਥੇ ਸਤਿਗੁਰੂ ਕਿਰਪਾ ਵਰਤਾ ਰਹੇ ਨੇ। ਅੰਮ੍ਰਿਤ ਬਾਣੀ ਵਿੱਚ ਇੱਕ ਬਚਨ ਹੁੰਦਾ ਹੈ ਕਿ ਜਿਨ੍ਹਾਂ ਭਾਵਨਾ ਨਾਲ ਗੁਰੂ ਦੀ ਸੇਵਾ ਕੀਤੀ ਨਾ, ਤੇ ਉਹਦੀ ਕੀਤੀ ਸੇਵਾ ਕਦੇ ਵਿਅਰਥ ਨਹੀਂ ਜਾਂਦੀ। ਬਾਣੀ 'ਚ ਇੱਕ ਬਚਨ ਆਉਂਦਾ, ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਹੇ। ਇਹਦਾ ਮਤਲਬ ਸੇਵਾ ਜਦੋਂ ਕਰੋ ਤੇ ਗੁਰੂ ਕਹਿੰਦੇ ਚਿੱਤ ਲਾ ਕੇ ਕਰੋ, ਬੱਧਾ ਚੱਟੀ ਨਹੀਂ। ਬਾਣੀ 'ਚ ਇਹ ਵੀ ਸ਼ਬਦ ਆਉਂਦਾ ਹੈ ਕਿ ਜਿਹੜਾ ਬੰਦਾ ਬੱਧਾ ਚੱਟੀ ਭਰਦਾ ਹੈ, ਬੱਧਾ ਚੱਟੀ ਦਾ ਨਾ ਕੋਈ ਚੰਗਾ ਗੁਣ ਰਹਿੰਦਾ ਤੇ ਨਾ ਉਪਕਾਰ ਰਹਿੰਦਾ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਗੁਰੂ ਨੇ ਤੇ ਕਿਹਾ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ, ਮਨ ਚਿੰਦਿਆ ਫਲ ਪਾਵਨਾ ਹੋ ਮੈਂ ਵਿੱਚੋਂ ਜਾਏ। ਹੁਣ ਇੱਥੇ ਸਿੱਖ ਸੰਗਤਾਂ ਨੇ ਕੀਤੀ ਸੇਵਾ ਤੇ ਇੱਥੇ ਕਈ ਗਥਾਵਾਂ ਘਟਨਾਵਾਂ ਵਾਪਰਦੀਆਂ। ਇੱਕ ਦਿਨ ਕਹਿੰਦੇ ਨੇ ਵੀ 10ਮ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਸਜਿਆ ਸੀ, ਗੁਰੂ ਕਲਗੀਧਰ ਮਹਾਰਾਜ ਦਾ। ਇੱਥੇ ਭਾਈ ਮਨੀ ਸਿੰਘ ਨਾਲ ਮਾਤਾ ਸੁੰਦਰ ਕੌਰ ਜੀ, ਮਾਤਾ ਸੁੰਦਰੀ ਜੀ, ਤੇ ਨਾਲ ਮਾਤਾ ਸਾਹਿਬ ਕੌਰ ਜੀ। ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਦਿੱਲੀੋਂ ਆਏ। ਹੁਣ ਆਪ ਜੀ ਕਹੋਗੇ ਵੀ ਦਿੱਲੀੋਂ ਕਿਵੇਂ? ਇਹ ਇਤਿਹਾਸ ਵੀ ਤੁਸੀਂ ਸੁਣਦੇ ਹੋ। ਸਰਸਾ ਕੰਢੇ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਪਰਿਵਾਰ ਵਿਛੋੜਾ ਪਿਆ। ਵੱਡੇ ਸਾਹਿਬਜ਼ਾਦੇ ਗੁਰੂ ਕਲਗੀਧਰ ਮਹਾਰਾਜ ਨੇ ਚਮਕੌਰ ਦੀ ਗੜੀ ਪਹੁੰਚ ਕੇ ਸਰਸਾ ਨਦੀ ਪਾਰ ਕਰਕੇ ਮਾਂ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦੇ ਉਹ ਚਲੇ ਗਏ ਪਰਤ ਕੇ ਇੱਥੋਂ ਕੁੰਮਾ ਮਾਸ਼ਕੀ, ਤੇ ਕੁੰਮੇ ਮਾਸ਼ਕੀ ਦੇ ਕੋਲੋਂ ਸੇਵਾ ਦਾ ਕਹਿ ਕੇ ਗੰਗੂ ਪਾਪੀ ਲੈ ਗਿਆ ਤੇ ਉਹਨੇ ਅੱਗੇ ਪਕੜਾ ਕੇ ਸਰਹੰਦ ਸ਼ਹੀਦ ਕਰਵਾਏ। ਪਰ ਦੂਜੇ ਪਾਸੇ ਇਸੇ ਸਰਸਾ ਦੇ ਕੰਢੇ 'ਤੇ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਗੁਰੂ ਕਲਗੀਧਰ ਜੀ ਦੇ ਮਹਿਲ ਨੇ, ਗੁਰੂ ਕੇ ਮਹਿਲ ਨੇ, ਤੇ ਇੱਥੋਂ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਨੂੰ ਚਲੇ ਗਏ ਸਨ। ਹੁਣ ਵੇਖੋ, ਇੱਧਰ ਸਾਕੇ ਵਾਪਰ ਗਏ, ਉੱਧਰ ਮਾਤਾ ਜੀ ਹੁਣੀ ਦਿੱਲੀ ਚਲੇ ਗਏ। ਜਦੋਂ ਪਤਾ ਲੱਗਿਆ ਵੀ ਸਾਹਿਬ ਮਾਲਵੇ ਆਏ ਨੇ, ਟਿਕਾਣਾ ਦਮਦਮਾ ਸਾਹਿਬ ਕੀਤਾ, ਤੇ ਇੱਥੇ ਫਿਰ ਭਾਈ ਮਨੀ ਸਿੰਘ ਜੀ ਮਾਤਾਵਾਂ ਦੇ ਨਾਲ ਆਏ। ਕਹਿੰਦੇ ਨੇ ਇਤਿਹਾਸਕਾਰ, ਮਾਤਾ ਸੁੰਦਰ ਕੌਰ ਜੀ, ਉਹਨਾਂ ਦੇ ਮਨ ਵਿੱਚ ਫੁਰਨਾ ਖਿਆਲ ਆਇਆ ਵੀ ਲੰਮੇ ਸਮੇਂ ਬਾਅਦ ਗੁਰੂਪਤੀ ਦੇ ਦਰ ਜਾਣਾ ਤੇ ਇੱਥੇ ਜਾ ਕੇ ਤੇ ਮੇਰੇ ਸਾਹਿਬਜ਼ਾਦੇ ਸਪੁੱਤਰ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਮਿਲਾਂਗੇ। ਲੰਮੇ ਵਕਤ ਬਾਅਦ ਮਾਂ ਦਾ ਮਿਲਾਪ ਹੋਣਾ। ਪਰ ਕਹਿੰਦੇ ਜਦੋਂ ਮਾਤਾ ਜੀ ਆਏ ਤੇ ਇੱਥੇ ਆ ਕੇ ਵੇਖਿਆ ਗੁਰਸਿੱਖ ਬੈਠੇ ਨੇ, ਮਾਲਵੇ ਦੇ ਸਿੱਖ ਬੈਠੇ ਨੇ, ਲੰਗਰਾਂ ਦਾ ਪ੍ਰਵਾਹ ਚੱਲਦਾ ਹੈ, ਗੁਰਬਾਣੀ ਦਾ ਕੀਰਤਨ ਹੁੰਦਾ ਹੈ। ਪਰ ਕਹਿਣ ਲੱਗੇ ਨਜ਼ਰ ਪਈ ਤੇ ਕਿਤੇ ਵੀ ਬਾਬਾ ਅਜੀਤ ਸਿੰਘ, ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਨਜ਼ਰ ਨਹੀਂ ਆਉਂਦਾ। ਇਹ ਗੱਲ ਤੁਸੀਂ ਇੱਕ ਹੋਰ ਯਾਦ ਰੱਖਿਓ, ਜਿਹੜਾ ਬਾਬਾ ਅਜੀਤ ਸਿੰਘ ਹੈ
ਬਾਬਾ ਅਜੀਤ ਸਿੰਘ ਜੀ ਦਾ ਪ੍ਰਕਾਸ਼ ਜਨਮ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਹੋਇਆ ਔਰ ਜਿਹੜਾ ਬਾਬਾ ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਹੈ, ਇਹਨਾਂ ਦਾ ਜਨਮ ਮਾਤਾ ਜੀਤੋ ਜੀ, ਮਾਤਾ ਜੀਤ ਕੌਰ ਜੀ ਦੀ ਕੁੱਖ ਤੋਂ ਹੋਇਆ ਸੀ। ਮਾਤਾ ਜੀਤੋ ਜੀ ਪਹਿਲਾਂ ਹੀ ਅਕਾਲ ਚਲਾਣਾ ਕਰ ਗਏ ਸਨ ਤੇ ਮਾਤਾ ਸਾਹਿਬ ਕੌਰ ਦੀ ਗੋਦ ਵਿੱਚ ਕਲਗੀਧਰ ਮਹਾਰਾਜ ਨੇ ਗੁਰੂ ਕਾ ਖਾਲਸਾ ਖਾਲਸੇ ਦੀ ਮਾਤਾ ਕਹਿ ਕੇ ਸਤਿਕਾਰਿਆ। ਹੁਣ ਜਦੋਂ ਇੱਥੇ ਆਏ ਤੇ ਦੇਖਿਆ ਸਾਹਿਬਜ਼ਾਦੇ ਨਜ਼ਰ ਨਹੀਂ ਆਏ, ਨਮਸਕਾਰ ਕੀਤੀ ਤੇ ਨਮਸਕਾਰ ਕਰਨ ਸਾਰ ਮਾਂ ਨੇ ਇੱਕ ਗੱਲ ਪੁੱਛੀ, ਸਤਿਗੁਰੂ ਅਜੀਤ ਸਿੰਘ, ਜੁਝਾਰ ਸਿੰਘ ਸਾਹਿਬਜ਼ਾਦੇ ਨਜ਼ਰ ਨਹੀਂ ਆਏ? ਤੇ ਉੱਥੇ ਮਹਾਰਾਜ ਨੇ ਇਹ ਦਮਦਮਾ ਸਾਹਿਬ ਦੇ ਤਖਤ ਤੇ ਬਚਨ ਕਿਹਾ ਸੀ ਜੋ ਇਤਿਹਾਸਕਾਰਾਂ ਕਿਹਾ। ਸਿੱਖ ਸੰਗਤ ਵੱਲ ਇਸ਼ਾਰਾ ਕਰਕੇ ਗੁਰੂ ਜੀ ਨੇ ਆਪਣਾ ਹੱਥ ਕਰਕੇ ਕਿਹਾ, ਕਹਿੰਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਵਾਰ ਦੀਏ। ਇੱਥੇ ਇੱਕ ਗੁਰਮੁਖ ਨੇ ਬੜੀ ਕਮਾਲ ਦੀ ਗੱਲ ਕਹੀ, ਭਾਵੇਂ ਇਹ ਕਰਮ ਕਾਂਡ ਨੇ, ਉਹਨੇ ਪਰ ਸ਼ਬਦ ਵਰਤੇ, ਕਹਿਣ ਲੱਗੇ ਲੋਕ ਭਰਮ ਦੇ ਵਿੱਚ ਪੈ ਕੇ ਕਈ ਵਾਰੀ ਪੁੱਤਰ ਧੀਆਂ ਤੋਂ ਮਿਰਚਾਂ ਵਾਰਦੇ ਨੇ। ਭਰਮ ਹੈ ਭਰਮੀ, ਜਾਂ ਲੋਕੀ ਜਦੋਂ ਪੁੱਤ ਨੂੰ ਵਿਆਹੁਣ ਤੇ ਪਾਣੀ ਵਾਰਦੇ ਆ। ਕਈ ਵਾਰ ਲੋਕਾਂ ਨੇ ਮਿੱਟੀ ਚੁੱਕਣੀ ਤੇ ਮਾਂ ਨੇ ਮਿੱਟੀ ਚੁੱਕ ਕੇ ਵੀ ਧਰਤੀ ਮਾਂ ਹੈ, ਇਹ ਲੋਕਾਂ ਦੇ ਭਰਮ ਸਨ ਤੇ ਮਿੱਟੀ ਚੁੱਕ ਕੇ ਤੇ ਵਾਰਨੀ ਆਪਣੇ ਪੁੱਤ ਧੀਆਂ ਉੱਪਰ ਦੀ। ਉਹ ਵਿਦਵਾਨ ਕਹਿੰਦੇ ਦੁਨੀਆ ਦੇ ਲੋਕੋ, ਕੋਈ ਮਿਰਚਾਂ ਵਾਰਦਾ ਹੈ, ਕੋਈ ਮਿੱਟੀ ਦੀ ਚੁਟਕੀ ਭਰ ਕੇ ਵਾਰਦਾ ਹੈ ਤੇ ਕੋਈ ਆਪਣੇ ਪੁੱਤ ਧੀਆਂ ਤੋਂ ਪਾਣੀ ਵਾਰਦਾ ਹੈ। ਪਰ ਗੁਰੂ ਕਲਗੀਧਰ ਮਹਾਰਾਜ ਵੱਲ ਵੇਖੋ, ਜਦੋਂ ਵਾਰਨ ਤੇ ਆਏ ਤੇ ਆਪਣੇ ਪੁੱਤਰਾਂ ਨੂੰ ਹੀ ਮਨੁੱਖਤਾ ਤੇ ਸਿੱਖਾਂ ਤੋਂ ਕੁਰਬਾਨ ਕਰ ਦਿੱਤਾ। ਉਹਨੇ ਆਪਣੇ ਪੁੱਤਾਂ ਨੂੰ ਵਾਰਿਆ, ਪਰ ਉਹ ਗੱਲ ਵੱਖਰੀ ਵੀ ਅਸੀਂ ਕਦਰ ਨਹੀਂ ਉਨੀ ਪਾਈ। ਮੈਨੂੰ ਖਿਮਾ ਕਰ ਦਿਓ, ਇੱਥੇ ਸ਼ਬਦ ਵਰਤੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਕਹਿਣ ਲੱਗੇ ਮੈਂ ਇਹਨਾਂ ਤੋਂ 4 ਪੁੱਤ ਕੁਰਬਾਨ ਕੀਤੇ ਨੇ, ਤੇ ਜੇ 4 ਪੁੱਤ ਕੁਰਬਾਨ ਹੋਏ ਤੇ ਸੁੰਦਰੀ ਜੀ ਕੀ ਹੋਇਆ, ਸੁੰਦਰ ਕੌਰ ਜੀ ਕੀ ਹੋਇਆ, ਕਿਉਂਕਿ ਇਹ ਹਜ਼ਾਰਾਂ ਧੀਆਂ ਪੁੱਤਰ ਮੇਰੇ ਇਸ ਵੇਲੇ ਨਾਦੀ ਪੁੱਤਰ ਜੀਵੰਤ ਨੇ। ਇਹਦੇ ਵਿੱਚ ਕੋਈ ਦੁਰਾਮਾ ਨਹੀਂ। ਗੁਰੂ ਨੇ ਗੁਰਸਿੱਖਾਂ ਨੂੰ ਪੁੱਤਰਾਂ ਤੋਂ ਵੀ ਵੱਧ ਕਿੰਨੇ ਕੀਤਾ। ਇੱਕ ਤੇ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਤੇ ਗੁਰੂ ਕੇ ਸਿੱਖਾਂ ਨੇ ਵੀ ਬੜੀ ਸੇਵਾ ਨਿਭਾਈ। ਗੁਰੂ ਨੇ ਵਿਤਕਰਾ ਨਹੀਂ ਕੀਤਾ। ਇੱਕ ਗੱਲ ਆਪ ਜੀ ਕਈ ਵਾਰੀ ਪੜ੍ਹਦੇ ਸੁਣਦੇ ਹੋ ਕਿ ਜਦੋਂ ਦਾਤਾਰ ਚਮਕੌਰ ਦੀ ਗੜੀ ਵਿੱਚੋਂ ਤੁਰਦੇ ਆ ਤੇ ਭਾਈ ਪਿਆਰੇ ਦਇਆ ਸਿੰਘ ਨੇ ਇਹ ਬਚਨ ਕਿਹਾ ਸੀ, ਸਤਿਗੁਰੂ ਜੰਗ ਦੇ ਮੈਦਾਨ ਵਿੱਚ ਸਰੀਰ ਪਏ ਨੇ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਦੇ, ਇੱਕ ਕਿਰਪਾ ਕਰ ਦਿਓ, ਜਾਂਦੇ ਵਕਤ ਜੇ ਇਹਨਾਂ ਤੇ ਇੱਕ ਕੱਪੜਾ ਪਾ ਦਿਓ। ਤੇ ਮਹਾਰਾਜ ਨੇ ਬਚਨ ਕਿਹਾ ਸੀ, ਕਹਿਣ ਲੱਗੇ ਪਿਆਰੇ ਦਇਆ ਸਿੰਘ ਜੀ ਤੈਨੂੰ ਪੁੱਤਰ ਤੇ ਨਜ਼ਰ ਆ ਗਏ, ਪਰ ਇਸੇ ਜੰਗ ਦੇ ਮੈਦਾਨ ਵਿੱਚ ਮੇਰੇ ਗੁਰੂ ਕੇ ਸਿੱਖ ਪਏ ਨੇ। ਇੱਥੇ ਜੰਗ ਦੇ ਮੈਦਾਨ ਅੰਦਰ ਝਾਤ ਪਾ ਕੇ ਵੇਖ, ਅਣਖ ਸਿੰਘ, ਅਦਬ ਸਿੰਘ, ਅਜੈਬ ਸਿੰਘ, ਦਾਨ ਸਿੰਘ, ਇੱਥੇ ਗੁਰੂ ਕੇ ਸਿੱਖ, ਕੋਠਾ ਸਿੰਘ, ਇਹ ਸਾਰੇ ਗੁਰੂ ਕੇ ਸਿੱਖ ਪਏ ਨੇ। ਜੇ ਕੱਪੜਾ ਪਾਉਣਾ ਤੇ ਪਹਿਲਾ ਕੰਮ ਇਹ ਕਰ ਵੀ ਇਹਨਾਂ ਗੁਰਸਿੱਖਾਂ ਤੇ ਪਾ ਤੇ ਬਾਅਦ ਵਿੱਚ ਪੁੱਤਰਾਂ ਤੇ। ਇਹਦਾ ਮਤਲਬ ਗੁਰੂ ਨੇ ਆਪਣੇ ਗੁਰਸਿੱਖਾਂ ਤੇ ਪੁੱਤਰਾਂ ਵਿੱਚ ਫਰਕ ਨਹੀਂ ਰੱਖਿਆ। ਬੜਾ ਪਿਆਰ ਕੀਤਾ ਮਹਾਰਾਜ ਨੇ। ਕਲਗੀਧਰ ਸੱਚੇ ਪਾਤਸ਼ਾਹ ਨੇ ਇੱਥੇ ਬਚਨ ਕਹਿਣ ਲੱਗੇ ਇਹਨਾਂ ਤੋਂ ਆਪਣੇ 4 ਪੁੱਤ ਕੁਰਬਾਨ ਕੀਤੇ ਨੇ, ਹਜ਼ਾਰਾਂ ਮੇਰੇ ਪੁੱਤਰ ਧੀਆਂ ਜੀਵੰਤ ਨੇ। ਇੱਕ ਗੁਰਮੁਖ ਕਹਿੰਦਾ ਹੈ ਕਿ ਅੱਜ ਆਪਣੇ ਘਰਾਂ ਵਿੱਚ ਸਿੱਖ ਸੰਗਤ ਨੂੰ ਆਪਣੇ ਪੁੱਤਰ ਧੀਆਂ ਵੱਲ ਖਿਆਲ ਕਰਨਾ ਚਾਹੀਦਾ। ਗੁਰੂ ਕਲਗੀਧਰ ਜੀ ਨੇ ਵਾਰੇ ਸਨ ਤਾਂ ਕਰਕੇ ਕਿ ਤੇਰੇ ਪੁੱਤਾਂ ਵਿੱਚੋਂ ਮੈਨੂੰ ਆਪਣੇ ਪੁੱਤ ਨਜ਼ਰ ਆਉਣਗੇ। ਦੇਖਣਾ ਚਾਹੀਦਾ ਹੈ
कि जे ते साडे पुत्र धीआं पुत पोतरे वो केसाधारी ने, दस्तार बन्नदे आ, गुरु नाल जुड़े ने, बाणी पढ़ते ने, फिर ते जरूर तू कह सकदा भी कलगीधर महाराज मैं खुद अमृतधारी गुरु चरनां च जुड़िया ते मेरे लिए तू अपने पुत कुर्बान कीते। अज वेख मेरे घर की फुलवाड़ी ये अमृतधारी ने, दस्तारधारी ने, बाणी पढ़ते ने, इन्हां विचों तू अपने अजीत सिंह फतेह सिंह वर्गियां दे दीदार कर। पर जे नहीं तो फिर मैनू खिमा कर दिओ, असी देनदार हाँ गुरु दे, दुखी हाँ असी, मैनू खिमा करिओ। तो ये कर्म असी करी जरूर जाने आ मन मतां, पर यदा समा पा के फल सानू बड़ा माड़ा भुगतना पैना ते भुगत रहे ने। जेड़े जेड़े गुरु दे राह तो टुटे वो कुराहे पै के बकारां दे ते अपना जीवन बर्बाद भी कर रहे ने। खैर इत्थे महाराज ने ये वर दिता, बख्शिश वरताई। इत्थे जी फिर एक दिन डल्ला चौधरी करदा ते सेवा सी, नित आउणा उहने ते गुरु चरनां विच बहना भी, उपदेश भी सुनना, लंगरां विच रस पानी की सेवा भी करनी। पर उन्हें कई बार गाहे बगाहे एक दो गल्लां कहनियां ते हजूर ने ख्याल ना करना। उन्हें कह देना सतगुरु समा ही नहीं बनिया, कदी मैनू याद कर दे। कहने एक दिन वक्त सी कि महाराज सच्चे पातशाह नूं दीवान सजिया सी ते दीवान सजे ते बाद जदों समाप्ति हुई ते हजूर बैठे ने, कुछ संगतां बैठियां ते इत्थे सजे हुए दीवान विच डल्ला चौधरी आ गया। उत्थे विचार गुरमता चल पिया ते डल्ला चौधरी गुरु कलगीधर महाराज नूं कहन लग्या, सतगुरु मैं अगे भी बेनती कीती आ, रब ने सबब नहीं बनाया। जे कदी मैनू पहला पता हुंदा कि तुहानूं आनंदां दी पूरी छड्डनी पै गई, वड्डे साहिबजादे छोटे साहिबजादे शहीद किए गए, चमकौर की गढ़ी विच साका वापरिया, सरसा कंढे जंग हुई, सतगुरु सबब ही नहीं बनिया। मेरे कोल बड़े नौजवान बहादुर सूरमे ने, 7-7 फुट के करीब उन्हां दा कद, ते जे किते मैनू याद कर लेंदे ना ते सतगुरु इतिहास के पन्नियां विच गल कुछ होर होनी सी। मैनू याद कर दे, चमकौर की गढ़ी का भाणा नहीं वापरना सी साका। मैनू याद कर दे, पुत्रां ते गुरसिखां की शहादत नहीं होनी सी। मेरे सूरमे हिक डाह के विचकार खलोंदे ते मुगलों ते पहाड़ियां नूं लुकण लई थां नहीं लभनी सी। उन्हें कई तरह के दमगजे मारे डल्ले चौधरी ने। हजे वो अपनी बात करदा ही पिया है ते इतिहास ये कहंदा भी एक कारीगर वीर गुरु दरबार विच आया, मालवे के इलाके का रहन वाला सी। तो उस कारीगर ने गुरु दरबार विच आके भेटा की रखी, भेटा रख दी एक बंदूक, शस्त्र रखिया बंदूक, पेट करके महाराज नूं हाथ जोड़ के कहंदे, सतगुरु मैं ते निमाणा जा सिख हाँ, किरत करदा शास्त्र बना के, ते पर मेरे मन विच ख्याल आया, मना इन्हां मुगलों पहाड़ियां ने बड़ा पापियां ने जुल्म किया, कहर ढाया, गुरु दे दर ते चले हैं ते बड़ी कई दिनां दी मेहनत ला के महाराज मैं नहीं तुहाडी किरपा नाल ये सेवा आपने लई आ ते आ बंदूक तैयार की। सतगुरु इहदा निशाना बड़ा पक्का है, व्यर्थ नहीं जाता, भाव इहदा निशाना जिन्हों लग जाए उन्होंने मौत अपनी बुक्कल विच समा लैंदी है। ते महाराज कदी वक्त बनिया तो गरीब की भेटा नूं वरत लेना, ये तुहाडी दर दी सेवा की है मैं भावना नाल, इन्ने को जोगा मैं हाँ, कारीगरी का गुण तुसी बख्शिया मैनू। हजे डल्ला चौधरी दमगजे मार के हटिया सी ते 10 पातशाह ने कहा, कहन लगे डलिया वो वेले ते वक्त नहीं बनिया, समा निकल गया है, ते हुण एक काम कर, वेख एक कारीगर श्रद्धालु सिख दावा कर रहा है
ਇਹਦੇ ਸਾਹਮਣੇ ਹੀ ਸੰਗਤ ਦੇ ਸਾਹਮਣੇ ਆਪਾਂ ਹੁਣੇ ਇਸ ਬੰਦੂਕ ਦਾ ਨਿਸ਼ਾਨਾ ਪਰਖ ਲੈਣੇ। ਇਹ ਕਹਿੰਦੇ ਵੀ ਜਿਹਦੀ ਇਹ ਨਿਸ਼ਾਨਾ ਲੱਗ ਜਾਏ ਤੇ ਮੌਤ ਦੀ ਬੁੱਕਲ ਵਿੱਚ ਬੰਦਾ ਸੌਂਦਾ ਹੈ। ਜਾ ਇੱਕ ਕੰਮ ਕਰ, ਆਪਣਾ ਕੋਈ ਸੂਰਮਾ ਲੈ ਕੇ ਆ, ਬੜੇ ਬਹਾਦਰ ਸੂਰਮੇ ਤੇਰੇ ਕੋਲ ਹੈ ਨੇ, ਤੇ ਜਾ ਕੇ ਕਹਿ ਕਲਗੀਧਰ ਮਹਾਰਾਜ ਨੇ ਛਾਤੀ ਵਿੱਚ ਗੋਲੀ ਮਾਰ ਕੇ ਬੰਦੂਕ ਦਾ ਨਿਸ਼ਾਨਾ ਪਰਖਣਾ, ਤੇ ਕੋਈ ਬਹਾਦਰ ਲੈ ਕੇ ਆ। ਕਹਿੰਦੇ ਮਹਾਰਾਜ ਨੇ ਹੁਣ ਸੰਗਤ ਬੈਠੀ ਸੀ, ਇੰਨੀ ਗੱਲ ਕਹੀ ਤੇ ਡੱਲੇ ਨੇ ਸੁਣੀ। ਡੱਲਾ ਤੁਰ ਪਿਆ ਇੱਕ ਵਾਰੀ ਜਾ ਕੇ, ਇਹਨੇ ਆਪਣੇ ਕਹਿੰਦੇ ਨੇ ਇਹਦੇ ਕੋਲ 500 ਸੂਰਮੇ ਸਨ, ਫੌਜ ਸੀ ਆਪਣੀ ਕਹਿ ਲਓ। ਇਹਨੇ ਜਾ ਕੇ ਆਪਣੇ ਸੂਰਮਿਆਂ ਨੂੰ ਕਿਹਾ, ਕਹਿਣ ਲੱਗਿਆ ਚਲੋ ਕੋਈ ਬਹਾਦਰੀ ਵਿਖਾਓ। ਕਲਗੀਧਰ ਮਹਾਰਾਜ ਨੇ ਬੰਦੂਕ ਦਾ ਨਿਸ਼ਾਨਾ ਛਾਤੀ ਵਿੱਚ ਮਾਰ ਕੇ ਬੰਦੂਕ ਦਾ ਨਿਸ਼ਾਨਾ ਪਰਖਣਾ ਕਿੰਨੀ ਕੁ ਸਮਰੱਥਾ ਰੱਖਦਾ। ਜਿੰਨੇ ਸੂਰਮੇ ਸਨ ਇਹਦੇ, ਮੌਤ ਦੀ ਗੱਲ ਸੁਣ ਕੇ ਵੀ ਸਾਹਮਣੇ ਮੌਤ ਆਏਗੀ, ਤੇ ਉਹਨਾਂ ਕਿਹਾ ਵੀ ਨਹੀਂ, ਅਸੀਂ ਅਣਆਈ ਮੌਤ ਨਹੀਂ ਮਰਨਾ, ਅਣਆਈ। ਇਹ ਨਹੀਂ ਕੋਈ ਜੰਗ ਦਾ ਮੈਦਾਨ ਹੋਇਆ ਤੇ ਜੂਝ ਲਵਾਂਗੇ, ਪਰ ਤੂੰ ਤੇ ਬਿਲਕੁਲ ਮਰਨ ਮਰਾਉਣ ਦੀ ਗੱਲ ਕਰਦਾ ਵੀ ਸਾਹਮਣੇ ਖੜਾ ਕਰ ਦਿਓ ਤੇ ਬੰਦੂਕ ਚਲਾ ਦਿਓ, ਇਹ ਮੌਤ ਅਸੀਂ ਨਹੀਂ ਮਰਨਾ। ਸਾਰਿਆਂ ਹੱਥ ਖੜੇ ਕੀਤੇ। ਕਹਿੰਦੇ ਨੇ ਡੱਲੇ ਚੌਧਰੀ ਨੇ ਤਰਲਾ ਤੇ ਬੜਾ ਲਿਆ, ਪਰ ਉਹਨੇ ਜਦੋਂ ਸੂਰਮਾ ਕੋਈ ਮੰਨਿਆ ਨਾ, ਤਨਖਾਹੀਏ ਮੰਨੇ ਨਾ, ਤੇ ਕਹਿਣ ਲੱਗੇ ਵਾਪਸ ਨੀਵੀਂ ਪਾ ਕੇ ਗੁਰੂ ਚਰਨਾਂ ਵਿੱਚ ਮੱਥਾ ਟੇਕ ਕੇ ਬਹਿ ਗਿਆ। ਮਾਰੇ ਕਹਿੰਦੇ ਡੱਲਿਆ ਖਾਲੀ ਆ ਗਏ, ਇਕੱਲਾ ਹੀ, ਕੋਈ ਸੂਰਮਾ ਆਇਆ ਨਹੀਂ ਨਾ ਪਿੱਛੇ ਆਉਂਦਾ। ਕਹਿਣ ਲੱਗਿਆ ਸਤਿਗੁਰੂ ਨਹੀਂ, ਸਾਰੇ ਸੂਰਮੇ ਹੱਥ ਖੜੇ ਕਰ ਗਏ, ਅਨਿਆਈ ਮੌਤ ਨਹੀਂ ਮਰਨਾ। ਕਲਗੀਧਰ ਮਹਾਰਾਜ ਕਹਿੰਦੇ ਆ ਡੱਲਿਆ ਫਿਰ ਤੂੰ ਤੇ ਸ਼ਰਧਾਲੂ ਸੇਵਕ ਹੈ ਨਾ ਗੁਰੂ ਘਰ ਦਾ। ਕਹਿਣ ਲੱਗਿਆ ਹਾਂ ਮਹਾਰਾਜ ਮੈਂ ਤੇ ਸੇਵਕ ਹਾਂ, ਕਦੀ ਜੰਗ ਦਾ ਮੈਦਾਨ ਬਣਿਆ ਜ਼ਰੂਰ ਸੂਰਮਿਆਂ ਨੂੰ ਮੈਂ ਸੇਵਾ ਵਿੱਚ ਹਾਜ਼ਰ ਕਰਾਂਗਾ। ਮਹਾਰਾਜ ਕਹਿੰਦੇ ਨਹੀਂ, ਜੇ ਤੂੰ ਸੇਵਕ ਸ਼ਰਧਾਲੂ ਹੈ, ਤੇਰਾ ਸੂਰਮਾ ਕੋਈ ਆਇਆ ਨਹੀਂ, ਗੱਲਾਂ ਤੂੰ ਵੀ ਬਹਾਦਰੀ ਦੀਆਂ ਬੜੀਆਂ ਕੀਤੀਆਂ ਕਿ ਜੇ ਮੈਨੂੰ ਯਾਦ ਕਰਦੇ ਸਮਾਂ ਕੁਝ ਹੋਰ ਹੋਣਾ ਸੀ, ਤੇ ਇੱਕ ਕੰਮ ਕਰ, ਹੁਣ ਤੂੰ ਸਾਹਮਣੇ ਖਲੋ ਜਾ ਤੇ ਅਸੀਂ ਤੇਰੀ ਛਾਤੀ ਵਿੱਚ ਗੋਲੀ ਮਾਰ ਕੇ ਨਿਸ਼ਾਨਾ ਪਰਖਣਾ। ਕਹਿਣ ਲੱਗੇ ਡੱਲਾ ਥਿੜਕ ਗਿਆ, ਅੰਦਰੋਂ ਕੰਬਣੀ ਸ਼ੁਰੂ ਹੋ ਗਈ। ਕਹਿਣ ਲੱਗਿਆ ਸਤਿਗੁਰੂ ਨਹੀਂ। ਮਹਾਰਾਜ ਕਹਿਣ ਲੱਗੇ ਨਹੀਂ ਤੂੰ ਸ਼ਰਧਾਲੂ ਸੇਵਕ। ਅੰਦਰੋਂ ਕਹਿਣ ਲੱਗੇ ਘਬਰਾ ਕੇ ਚਿਹਰੇ ਤੇ ਪਸੀਨਾ ਮੱਥੇ ਤੇ ਆਇਆ। ਮਹਾਰਾਜ ਕਹਿੰਦੇ ਮਨ ਮੰਨਦਾ ਨਹੀਂ, ਤੇ ਨੇਤਰ ਨੀਵੇਂ ਕਰਕੇ ਝੁਕ ਗਿਆ, ਸ਼ਰਮਸ਼ਾਰ ਹੋ ਗਿਆ, ਜ਼ੁਬਾਨ ਤੋਂ ਬੋਲਦਾ ਨਹੀਂ, ਸਿਰ ਫੇਰਦਾ। ਦਸਮ ਪਾਤਸ਼ਾਹ ਕਹਿੰਦੇ ਫਿਰ ਇੱਕ ਕੰਮ ਕਰ, ਉਹ ਸਾਹਮਣੇ ਸਿੱਖ ਬੈਠੇ ਨੇ, ਕੇਸਾਂ 'ਚ ਕੰਘਾ ਕਰਕੇ ਦਸਤਾਰਾਂ ਸਜਾ ਰਹੇ ਨੇ, ਉਹਨਾਂ ਦੋਨਾਂ ਨੂੰ ਜਾ ਕੇ ਇੱਕ ਸੁਨੇਹਾ ਲਾ ਦੇ। ਦੋ ਸਿੱਖ ਬੈਠੇ ਨੇ, ਉਹਨਾਂ ਨੂੰ ਜਾ ਕੇ ਕਹਿ, ਤੇ ਬੜੇ ਸਿੱਧੇ ਸ਼ਬਦ ਕਹੀਂ, ਉਹਨਾਂ ਨੂੰ ਕਹਿ ਵੀ ਕਾਰੀਗਰ ਸਿੱਖ ਲੈ ਕੇ ਆਇਆ ਬੰਦੂਕ, ਤੇ ਹਜੂਰ ਨੇ ਸਾਹਮਣੇ ਖੜਿਆਂ ਕਰਕੇ ਛਾਤੀ ਵਿੱਚ ਗੋਲੀ ਮਾਰ ਕੇ ਤੇ ਨਿਸ਼ਾਨਾ ਪਰਖਣੇ ਮੌਤ ਆਉਂਦੀ ਹੈ ਜਾਂ ਨਹੀਂ ਆਉਂਦੀ। ਕਹਿਣ ਲੱਗੇ ਜਦੋਂ ਜਾ ਕੇ ਭਾਈ ਡੱਲੇ ਨੇ ਸੁਨੇਹਾ ਸਿੱਖਾਂ ਨੂੰ ਲਾਇਆ, ਦੋ ਗੁਰੂ ਕੇ ਸਿੱਖ ਸਨ, ਬਾਬਾ ਧੀਰ ਸਿੰਘ ਤੇ ਬਾਬਾ ਵੀਰ ਸਿੰਘ, ਜਾ ਕੇ ਸੁਨੇਹਾ ਲਾਇਆ ਤੇ ਉਸੇ ਵੇਲੇ ਆਵਾਜ਼ ਸੁਣੀ, ਗੁਰੂ ਨੇ ਛਾਤੀ ਵਿੱਚ ਗੋਲੀ ਦਾ ਨਿਸ਼ਾਨਾ ਮਾਰਨਾ ਬੰਦੂਕ ਦਾ। ਕਹਿਣ ਲੱਗੇ ਦਸਤਾਰਾਂ ਹਜੇ ਬੰਨ੍ਹ ਹੀ ਰਹੇ ਸਨ, ਹੱਥ ਵਿੱਚ ਦਸਤਾਰਾਂ ਬੰਨ੍ਹ ਰਹੇ ਨੇ, ਦੌੜਦੇ ਆਉਂਦੇ ਆ ਤੇ ਨਾਲੇ ਦਸਤਾਰ ਦਾ ਲੜ ਲਪੇਟਦੇ ਆਉਂਦੇ ਆ, ਬੰਨ੍ਹਦੇ ਆਉਂਦੇ ਆ। ਦੋਨੇ ਗੁਰੂ ਚਰਨਾਂ ਵਿੱਚ ਆ ਕੇ ਮੱਥਾ ਟੇਕ ਕੇ ਖੜੇ ਹੋ ਗਏ। ਕਹਿਣ ਲੱਗੇ ਮਹਾਰਾਜ, ਇੱਕ ਬੋਲਦਾ ਮੇਰੇ ਕੰਨ ਵਿੱਚ ਆਵਾਜ਼ ਪਹਿਲਾਂ ਪਈ ਏ, ਨਿਸ਼ਾਨਾ ਮੇਰੀ ਛਾਤੀ ਵਿੱਚ ਮਾਰਨਾ। ਦੂਜਾ ਕਹਿੰਦੇ ਮਹਾਰਾਜ ਨਹੀਂ, ਮੈਂ ਦੌੜ ਕੇ ਪਹਿਲਾਂ ਆਇਆ, ਨਿਸ਼ਾਨਾ ਮੇਰੀ ਛਾਤੀ ਵਿੱਚ ਮਾਰਨਾ। ਇਤਿਹਾਸ ਸਾਡਾ ਇਹ ਕਹਿੰਦਾ ਵੀ ਦੋਨੋਂ ਆਪਸ ਵਿੱਚ ਗੁਰੂ ਕੇ ਸਿੱਖ ਇੱਕ ਦੂਜੇ ਦੀ ਬਾਂਹ ਪਕੜ ਕੇ ਪਿੱਛੇ ਕਰਕੇ ਮੂਹਰੇ ਹੁੰਦੇ ਨੇ ਵੀ ਮਹਾਰਾਜ ਮੈਨੂੰ ਨਿਸ਼ਾਨਾ ਮਾਰੋ। ਕਹਿਣ ਲੱਗੇ ਇੰਨੇ ਗੁਰੂ ਕਲਗੀਧਰ ਮਹਾਰਾਜ ਨੇ, ਦਸਮ ਪਾਤਸ਼ਾਹ ਨੇ, ਬੈਠਿਆਂ ਨੇ, ਮਾਲਕ ਨੇ ਨਿਸ਼ਾਨਾ ਦੋਨਾਂ ਸਿੱਖਾਂ ਵੱਲ ਕੀਤਾ। ਇੱਕ ਦੂਜੇ ਨੂੰ ਕਹਿ ਰਹੇ ਨੇ ਮੇਰੇ ਗੋਲੀ ਮਾਰੋ।
पर हजूर ने दोनों के सिरां के उपर दी निशाना लंघाया, बंदूक चलाई ते सतगुरु सच्चे पातशाह महाराज गुरु कलगीधर जी दे वल संगत ते डल्ला वेखदा है ते हजूर ने फिर एक वचन किया, कहन लगे डलिया तेरे तनखाइए बहादुर सूरमे ते मेरे प्रेम विच भिजे हुए गुरसिखां विच बड़ा अंतर ने, दिन रात दा अंतर ने। दमगजे मारने गल्लां करनियां कुछ वखरी गल है, याद रख गुरु लई अपना आप कुर्बान कर देना वो वखरी गल है। महाराज कहंदे ये सिख वो ने भावें भंगाणी दा युद्ध सी, इन्हां कदी पिठ नहीं विखाई, भावें नदौण दी जंग सी, बसाली दी जंग सी, आनंदपुर साहिब दी धरती ते जंगां होईयां, इन्हां गुरसिखां ने कदे गुरु वाले पासे अपनी कंध नहीं कीती। भावें चमकौर दी गढ़ी दा मैदान भखिया सी जंग दा, एक पासे 10 लाख दा घेरा, दूजे पासे 40 दी गिनती, ते इन्ने सूरमे परपक्क ते रब दे प्यार विच भिजे हुए ने। इन्हां 40 ने 10 लाख नूं भी याद रख उन्हां नूं मंधोल के रख दिता। महाराज ने कहा ये गुरसिख वो ने प्रेम विच भिजे, कदी आनंदपुर साहिब छड्ड के सरसा दे कंढे जूझदे आ, ये सरसा चीर दिंदे ने। महाराज ने कहा गुरसिखां दी बराबरी, प्रीतमानां दी बराबरी वक्ती तौर पर परिवारक मोह रखन वाले तनखाइए नहीं करते। कहन लगे डल्ला चौधरी नीवी पा गया, शर्मिंदा हो गया, तो गुरमुखो उन्हें भुल बख्शाई, आउंदा रहा गुरु चरनां विच। इत्थे ही 10वें पातशाह ने इसे तखत एक बड़ी वड्डी किरपा होर वरताई। वो किरपा ये वरताई, भाई मनी सिंह आ गए सन, तो महाराज ने कहा, इतिहास ये कहंदे भी सिखां ने कई बारी आखना महाराज किरपा करो कदी सानू गुरबाणी दे अर्थां समेत संथ्या करवाओ। ये गल बड़े ध्यान नाल सुनियो। गुरसिखां ने कई बार 10वें पातशाह नूं आखना महाराज सानू गुरबाणी दी संथ्या ते गुरु ग्रंथ साहिब दी बाणी दे अर्थ अपनी रसना तो समझाओ। महाराज ने बचन कहना भी हजे जंगां युद्धां दा वक्त चलदा है, समा बनेगा गुरु नानक साहब किरपा करनगे आपां बाणी जरूर अर्थां समेत वाचांगे। हुण इत्थे समा आ गया जी, दमदमा साहब साबो की तलवंडी। अज महाराज ने भाई मनी सिंह, बाबा दीप सिंह जी ते कुछ गुरसिखां नूं क्या गुरु के सिखो आओ चौंकड़े मारो। वक्त हुण बनिया आपां धन गुरु ग्रंथ साहिब दी बाणी दे अर्थां नूं वाचीए। इतिहास ही कहंदे भी पहलां तीर मलियां कोल वो गुरु ग्रंथ साहिब दी पावन बीड़ लैण वास्ते गुरसिखां नूं घल्लिया, पर उन्हां बीड़ गुरु ग्रंथ साहिब दी दित्ती ना, पावन स्वरूप दिते ना, ते ये कहा सी भी जे इन्ने समर्थ ने गुरु नानक साहिब ते कलगीधर विच अंतर कोई नहीं, ते गुरबाणी दोबारा रसना तो उचार लैन। गुरमुखो याद रखो गुरु कलगीधर महाराज ने 10वें पातशाह ने कलगियां वाले ने दमदमा साहिब की धरती ते बैठ के जिन्नी गुरबाणी सी 6 गुरु साहिबानां दी गुरबाणी, भट्टां दी अमृत बाणी, भगतां दी गुरसिखां दी बाणी, सारी बाणी दोबारा गुरु कलगीधर महाराज ने जोत उही वरतदी है 10 गुरुआं वाली, ते दोबारा अमृत बाणी भाई मनी सिंह नूं लखारी लाया, बाबा दीप सिंह दी सेवा लाई। तुसी कलमां ते कागज़ दा स्याही दा प्रबंध करना है, कलमां कढ़नियां है, ते गुरु कलगीधर महाराज ने भाई मनी सिंह जी नूं लखारी ला के दोबारा गुरु ग्रंथ साहिब दी बाणी लिखवाई, सारी दी सारी बाणी दोबारा बाणी लिखवाई। ते 2 बख्शिशां वरताउणियां, सवेर वेले गुरबाणी लिखण तो बाद गुरसिखां नूं गुरबाणी पढ़ाउणी, ते कहंदे ने शाम वेले जां जदों भी समा जिवें बनदा सी सतगुरु ने उस गुरबाणी दे अर्थ भी गुरसिखां नूं पढ़ाउणे।
40 ਮੁੱਖ ਸਿੱਖ ਸਨ। 40 ਦਾ ਨਾਮਾਂ ਦਾ ਜ਼ਿਕਰ ਵੀ ਆਉਂਦਾ ਹੈ, ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੇ ਅਰਥਾਂ ਨੂੰ ਸਮਝਿਆ, ਤੇ ਬਾਕੀ ਹੋਰ ਸੰਗਤਾਂ ਵੀ ਸਨ। ਗੁਰਮੁਖੋ, ਇੱਥੇ ਮਹਾਰਾਜ ਆਪ ਜੀ ਨੂੰ ਪਤਾ ਹੈ ਦਮਦਮਾ ਸਾਹਿਬ 9 ਮਹੀਨੇ 9 ਦਿਨ ਤੇ ਫਿਰ ਅੱਗੇ 9 ਮਹੀਨੇ 9 ਦਿਨ 9 ਪਲ 9 ਘੜੀਆਂ ਇਸ ਤਰ੍ਹਾਂ ਸਤਿਗੁਰੂ ਇੱਥੇ ਰਹੇ ਨੇ। ਗੁਰਬਾਣੀ ਪਾਵਨ ਸਵਰੂਪ ਦੁਬਾਰਾ ਲਿਖਿਆ ਗਿਆ, ਪਾਵਨ ਬੀੜ ਤਿਆਰ ਹੋ ਗਈ। ਤੇ ਅੱਜ ਜਿਹੜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਨਾ ਗੁਰਮੁਖੋ, ਇਹ ਯਾਦ ਰੱਖੋ, ਇਹਨੂੰ ਦਮਦਮੀ ਬੀੜ ਆਪਾਂ ਆਖਦੇ ਹਾਂ ਅਦਬ ਨਾਲ। ਦਮਦਮੀ ਬੀੜ, ਦਮਦਮਾ ਸਾਹਿਬ ਜੋ ਮਹਾਰਾਜ ਨੇ ਦੁਬਾਰਾ ਭਾਈ ਮਨੀ ਸਿੰਘ ਨੂੰ ਲਿਖਾਰੀ ਲਾ ਕੇ ਲਿਖਵਾਈ। ਇੱਥੇ ਕਹਿੰਦੇ ਨੇ ਗੁਰਮੁਖ ਵਿਦਵਾਨ ਕਿ ਉਹ 40 ਮੁਖੀ ਸਿੱਖ ਜਿਨ੍ਹਾਂ ਨੇ ਬਾਣੀ ਪੜ੍ਹੀ ਤੇ ਅਰਥਾਂ ਨੂੰ ਸੁਣਿਆ, ਗੁਰਮੁਖ ਕਹਿੰਦੇ ਆ ਦੇਹ ਮੁਕਤ ਹੋ ਗਏ। ਦੇਹ ਮੁਕਤ ਦਾ ਭਾਵ ਉਹਨਾਂ ਦੇ ਜੀਵਨ ਵਿੱਚੋਂ ਨਾ ਕੋਈ ਬਕਾਰ ਰਿਹਾ, ਨਾ ਸੰਸਾਰ ਦੀ ਕੋਈ ਮੋਹ ਮਮਤਾ, ਇੱਥੋਂ ਤੱਕ ਉਹ ਆਪਣੇ ਸਰੀਰ ਵਿੱਚੋਂ ਵੀ, ਸਰੀਰ ਦੀ ਵੀ ਕੋਈ ਮਮਤਾ, ਸਰੀਰ ਦਾ ਵੀ ਨੇ ਤਿਆਗ ਕੇ ਸੁਰਤ ਇੰਨੀ ਰੱਬੀ ਨਾਮ ਵਿੱਚ ਤੇ ਗੁਰਬਾਣੀ ਵਿੱਚ ਭਿੱਜ ਗਈ ਕਿ ਅਕਾਲ ਪੁਰਖ ਪਰਮੇਸ਼ਵਰ ਦਾ ਗੁਰੂ ਦਾ ਰੂਪ ਹੋ ਗਏ। ਮਹਾਰਾਜ ਨੇ ਫਿਰ ਇੱਥੇ ਕਿਰਪਾ ਵਰਤਾਈ। ਇੱਥੋਂ ਮਹਾਰਾਜ ਨੇ 2 ਗੁਰਮੁਖਾਂ ਰੱਬੀ ਰੂਹਾਂ ਦੀ, ਗੁਰਸਿੱਖਾਂ ਦੀ ਸੇਵਾ ਲਾਈ, ਜਿਨ੍ਹਾਂ ਵਿੱਚ ਇੱਕ ਭਾਈ ਮਨੀ ਸਿੰਘ, ਦੂਸਰੇ ਬਾਬਾ ਦੀਪ ਸਿੰਘ ਦੀ, ਦੋਨਾਂ ਦੀ ਸੇਵਾ ਲਾਈ। ਭਲਿਓ ਤੁਸੀਂ ਇਸੇ ਗੁਰਬਾਣੀ ਦੀ ਸੰਥਿਆ ਦਾ ਪ੍ਰਵਾਹ, ਅਰਥਾਂ ਨੂੰ ਸਮਝਾਉਣ ਦੀ ਸੇਵਾ ਇਹ ਸਿੱਖ ਸੰਗਤ ਵਿੱਚ ਵੰਡਣੀ ਆ। ਤਾਂ ਹੀ ਯਾਦ ਰੱਖਿਓ, ਆਹ ਦਮਦਮੀ ਟਕਸਾਲ ਸਾਡੀ ਸੰਸਥਾ ਹੈ ਗੁਰਸਿੱਖਾਂ ਦੀ ਸਤਿਕਾਰਯੋਗ, ਤੇ ਇਹਦੀ ਆਰੰਭਤਾ ਇਹਦੇ ਪਹਿਲੇ ਮੁਖੀ ਸੇਵਾਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਇੱਥੋਂ ਆਰੰਭ ਹੋਈ। ਭਾਈ ਮਨੀ ਸਿੰਘ ਦੇ ਉਹਨਾਂ ਵੀ ਫਿਰ ਬੜੀ ਵੱਡੀ ਸੇਵਾ ਨਿਭਾਈ, ਅਰਥਾਂ ਦੀ ਗੁਰਬਾਣੀ ਪੜ੍ਹਾਉਣ ਦੀ, ਗੁਰਸਿੱਖਾਂ ਨੂੰ ਸੰਥਿਆ ਕਰਾਉਣ ਦੀ। ਇੱਥੇ ਇਹ ਬਖਸ਼ਿਸ਼ਾਂ ਮਹਾਰਾਜ ਨੇ ਵਰਤਾਈਆਂ। ਤੇ ਆਪ ਜੀ ਅੱਜ ਵੀ ਜਾਂਦੇ ਹੋ, ਇਹ ਕਿਹਾ ਜਾਂਦਾ ਹੈ ਜਿਹੜੀਆਂ ਉਹ ਕਲਮਾਂ ਬਚਦੀਆਂ ਸਨ ਤੇ ਉਹ ਕਲਮਾਂ ਘੜੀਆਂ ਹੋਈਆਂ ਲਿਖਣ ਤੋਂ ਬਾਅਦ ਗੁਰਬਾਣੀ ਬਚ ਜਾਣਾ, ਤੇ ਉਸ ਕਲਮਾਂ ਨੂੰ ਤੁਸੀਂ ਸ੍ਰੀ ਦਮਦਮਾ ਸਾਹਿਬ ਜਾਓ ਤੇ ਉਹ ਜਿੱਥੇ ਗੁਰੂ ਘਰ ਬਣਿਆ ਲਿਖਣਸਰ ਸਾਹਿਬ, ਉੱਥੇ ਸਰੋਵਰ ਵਿੱਚ ਸੁੱਟ ਦੇਣੀਆਂ। ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਤਰੁੱਠ ਕੇ ਇੱਕ ਬਚਨ ਕੀਤਾ ਸੀ, ਕਹਿਣ ਲੱਗੇ ਇਹ ਗੁਰੂ ਕੀ ਕਾਂਸ਼ੀ ਹੈ। ਗੁਰੂ ਕੀ ਕਾਂਸ਼ੀ ਦਾ ਭਾਵ ਇੱਥੋਂ ਕਲਮ ਦੇ ਧਨੀ ਪੈਦਾ ਹੋਣਗੇ, ਇੱਥੋਂ ਵਿਦਵਾਨ ਪੈਦਾ ਹੋਣਗੇ। ਤੇ ਇੱਥੇ ਸਮਾਂ ਪਾ ਕੇ ਕਿਰਪਾ ਵਾਪਰੀ ਕਿ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਹੱਥ ਵਿੱਚ ਕਲਮ ਪਕੜੀ ਤੇ ਇੱਥੇ ਗੁਰੂ ਕੀ ਕਿਰਪਾ ਨਾਲ 4 ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਲਿਖੇ, 4 ਸਵਰੂਪ ਲਿਖੇ। ਤੇ ਪਹਿਲਾਂ ਭਰ ਜਵਾਨੀ ਵਿੱਚ ਕਹਿ ਲਓ 4 ਸਵਰੂਪ ਲਿਖੇ। ਤੇ ਦੂਜੀ ਕਿਰਪਾ ਇਹ ਵਰਤ ਗਈ ਕਿ ਗੁਰੂ ਨੇ ਇੱਥੇ ਬਚਨ ਕਹੇ ਸਨ ਕਿ ਇੱਥੇ ਗੁਰੂ ਕੀ ਕਾਂਸ਼ੀ, ਇੱਥੇ ਕਲਮ ਤੇ ਕਿਰਪਾਨ ਦੇ ਧਨੀ ਬਣਨਗੇ। ਜਿਸ ਬਾਬਾ ਦੀਪ ਸਿੰਘ ਨੇ ਹੱਥ ਵਿੱਚ ਕਲਮ ਪਕੜ ਕੇ ਗੁਰਬਾਣੀ 4 ਸਵਰੂਪ ਲਿਖੇ ਤੇ ਸਮਾਂ ਬਣਿਆ, ਅਬਦਾਲੀ ਵਰਗਿਆਂ ਨੇ, ਜਹਾਨ ਖਾਂ ਵਰਗੇ ਪਾਪੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਪਣੇ ਭਾਵਨੇ ਹਮਲਾ ਕਰਕੇ ਸਰੋਵਰ ਪੂਰਿਆ। ਬਾਬਾ ਦੀਪ ਸਿੰਘ ਜੀ ਨੂੰ ਪਤਾ ਲੱਗਿਆ ਇਹ ਤੱਕ ਤੇ ਜਿੱਥੋਂ ਅਰਦਾਸ ਕਰਕੇ ਤੁਰੇ, ਤੇ ਅਰਦਾਸ ਕਰਕੇ ਤੁਰਨ ਤੋਂ ਬਾਅਦ ਉਹਨਾਂ ਨੇ ਇਹਨਾਂ ਪਾਪੀਆਂ ਨੂੰ ਸੋਧਾ ਲਾ ਕੇ ਤੇ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ 'ਤੇ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਸੀ। ਇੱਥੋਂ ਹੀ ਗੁਰੂ ਕਾ ਸਿੱਖ ਤੁਰਿਆ ਸੀ, ਜਿਹਨੇ ਧੜ ਤੋਂ ਸਿਰ ਜੁਦਾ ਹੋ ਗਿਆ ਪਰ ਫਿਰ ਵੀ ਤਲੀ 'ਤੇ ਰੱਖ ਕੇ ਆਪਣਾ ਸੀਸ ਇੱਕ ਹੱਥ ਵਿੱਚ ਖੰਡਾ ਪਕੜ ਕੇ ਤੇ ਗੁਰੂ ਗੁਰੂ ਜਪਦੇ ਨੇ। ਜਿੱਥੇ ਜ਼ਾਲਮਾਂ ਦੇ ਆਹੂ ਲਾਏ ਤੇ ਉੱਥੇ ਗੁਰੂ ਚਰਨਾਂ ਵਿੱਚ ਜਾ ਕੇ ਗੁਰੂ ਰਾਮਦਾਸ ਜੀ ਦੇ ਦਰ ਆਪਣੀ ਸ਼ਹਾਦਤ ਦਿੱਤੀ। ਮੈਂ ਬੇਨਤੀ ਕਹਿ ਰਿਹਾ, ਇਹ ਉਹ ਤਖਤ ਹੈ ਸਾਡਾ ਸ੍ਰੀ ਦਮਦਮਾ ਸਾਹਿਬ। ਤੇ ਗੁਰਮੁਖੋ ਇੱਥੇ ਫਿਰ ਮਹਾਰਾਜ ਇਹ ਯਾਦ ਰੱਖੋ ਬੜੀ ਵੱਡੀਆਂ ਰਹਿਮਤਾਂ ਵਰਤਾਉਂਦੇ ਨੇ। ਇੱਥੇ ਗੁਰੂ ਚਰਨਾਂ ਵਿੱਚ ਜਿਹੜੇ ਸਨ ਨਾ ਜੀ, ਤੁਹਾਨੂੰ ਪਤਾ ਹੋਵੇ
जे एक एक घराने नूं बाचों बाबा रूप चंद के ये सारे परिवार इन्हां दी औलाद परिवार रूप छेवें पातशाह ने बख्शिश कीती सी ते ये गुरु चरनां विच दमदमा साहिब जुड़दे रहे। जेड़े बाबा आदम जी सन, गुरु रामदास महाराज ने जिन्हां नूं सपुत्र दी दात बख्शी ते नाम रखिया सी पुੱਤ दा भाई भगतू, उस भाई भगतू की औलाद विचों भाई गौरे जी वर्गे वो सारे घराने गुरु चरनां विच जाके दमदमा साहिब जुड़ते रहे। इत्थों ही जेड़े फूल ते संदली सन, जिन्हां ते छेवें पातशाह सतवें पातशाह ने कृपा बरताई सी, फूल ते संदली बिल्कुल पेट खड़काउंदे सन ते महाराज ने कहा सी राज भोगोगे। उन्हां दी अंश वंश विचों भाई रामा ते भाई त्रिलोक सिंह ते भाई राम सिंह अमृत दी दात लैके बने। पहला नाम भाई रामा ते त्रिलोका, ये गुरु चरनां विच दमदमा साहिब जुड़ते रहे। ते ये भुल्लिओ ना भाई बहलो जी दी अंश विचों भाई भगता जी ते भाई भगता जी दे जिहड़े सपुत्र सन अगे चल के कि वो गुरु के सिख भी ये मालवे के इलाके के जिहड़े मुखी सिख सन, मैं तां बेनती कह रहा है, भाई भगता जी दे सपुत्र भी जा जाके दमदमा साहिब गुरु चरनां विच सेवावां करदे रहे। होर भी जिन्ने सन ते इत्थे महाराज ने फिर तुरन लगदे आ महाराज दखन नूं। इत्थों बख्शिशां वरताउण लग्गियां फिर एक बचन किया सी। डल्ला चौधरी आया, महाराज एक दिन थोड़ा जा सैर कह लूँ जां मेर दी निगाह मार रहे सन। डल्ला चौधरी ते कुछ संगतां नाल ने गुरसिख। महाराज डल्ले चौधरी नूं कहिंदे आ, चौधरी दिन दा वक्त सी, धुप पैंदी सी, कहन लगे सामने निगाह मार, नदियां नहरां दे प्रवाह वग रहे ने, पानी उछलदा पिया है, पानी भर के वगदा पिया है। ते डल्ला चौधरी वही बिरती कहन लग्या, महाराज नहीं, धुप पैंदी है, रेत चमकदी आ, पानी नहीं। सतगुरु दूसरा बचन कहते, डलिया तू देखते सही इत्थे कणक झोना ते किन्ने तरह दीयां फसलों के प्रवाह ने, इत्थे कणक उथे झोना ते होर जिन्नियां फसलां ने उगियां ने। कहन लग्या सतगुरु नहीं, इत्थे ते काई ते पोली है। मारे कहते डलिया तेनू भुलेखा, इत्थे ते अम्मां दे बाग ने, इत्थे ते वेख गन्ने दी फसल। कहन लग्या सतगुरु सर खलोते ने। गुरु कलगीधर महाराज ने क्या कहन लगे, डलिया जे शरधा नाल कह दिंदा सरहंद वाली कृपा इत्थे हुणे वापर जानी सी, पर याद रख इत्थे गुरु की संगतां आईयां, बंदगी नाम जपया गया, गुरबाणी लिखी गई, समा पै के इस मालवे ते कृपा वरतेगी। इत्थे नहरां दे नदियां दे प्रवाह वगणगे, इत्थे कणक झोना फसलां होणगीਆਂ, अंबां दे बाग बनणगे। ये गुरु नानक साहब सच्चे पातशाह ने कृपा वरता देनी है। गुरमुखो मैं फिर कहना, अपने पिछोकड़ नूं भुल्लो ना कि इत्थे काल पैंदा सी माल विच, दो वक्त दा कई बारी दाने खाण जोगे नहीं मिलते सन, पर इत्थे जे कृपा वरताई ते गुरु कलगीधर महाराज ने रब्बी रहमत वरताई। असी शुक्र करिए। ते इत्थे फिर महाराज सच्चे पातशाह तुर लगदे आ दखन नूं, तैयारी बन ली महाराज ने नाल गुरसिखा ने। ते इत्थे गुरमुखो एक दिन कहंदे ने भी वो जदों महाराज तुरन लगदे आ, डल्ला चौधरी आया, उन्हें सारे कौतुक वेख ले सन। महाराज दी बापर दी कृपा वेखी, सिख संगतां नूं रब्बी उपदेश दिंदियां वेखिया ते वेखिया जो गुरु कहंदा है वो सत बचन हुंदा है। ते असल विच डल्ले चौधरी नूं पता लग गया सी मनुखा जन्म सफल किवें करना है। अज महाराज तुरन लगे ते हाथ जोड़ के कहंदे, महाराज तुरदे पयो दखन नूं, एक कृपा करके गरीब ते बचन कर दिओ, रहमत कर दिओ, मेरी एक मंग है। दसम पातशाह कहंदे बोल। कहन लग्या, महाराज मैनू मरण तो बाद दरगाह अंदर अपने चरनां विच पीढ़ी जिन्नी जगह दे देना, पीढ़ी जिन्नी। ते दसम पातशाह महाराज ने एक बचन किया सी, कहन लगे डलिया
भावें तू चौधरी है, एक काम कर, गुरु के अमृत दी दात लै, अमृत धारी बन जा। ते दूजी गल, अमृत गुरबाणी दा पल्ला पकड़ के रखी, गुरबाणी पढ़ी विचारी ते कर्म करी गुरबाणी के मुताबक। पीढ़ी की गल छड़, भावें तू मंजा डालवी, पर तेनू अमृत धारी बनना पैना, तेनू अमृत गुरबाणी ते पहरा देना पैना। गुरमुखो साचे वे डल्ले ने 7 वचन किया ते उन्हें अमृत की दात लई। आपां उंज उन्हूं डल्ला चौधरी कहने आ, पर उन्हें अमृत की दात लैके डल्ले तो डल्ला सिंह बन गया सी। उन्हें गुरु की बख्शिश लई ते इत्थों महाराज सच्चे पातशाह जी फिर दखन वाले पासे नूं जांदे आ, बेअंत बख्शिशां वरता के। गुरमुखो इत्थों दा जिहड़ा तख्त है वो उंज इतिहास विच ये भी जिक्र आ कि पहला 1965 विच जाके इनू इतिहासक तौर पर पक्के तौर पर मनना शुरू किया गया कि ये सिखां दा तख्त है। पर उंज ये गुरु काल तो ही बख्शिशां वरत गईयां सन। सब तो पहला इत्थों तख्त की सेवा शहीद बाबा दीप सिंह जी निभाउंदे रहे। फिर इत्थों की सेवा संभाल करम सिंह जी होए ने, वो निभाउंदे रहे। फिर समा पा के कई बारी जदों सिखां नूं जंगलों में रहना पिया, वक्त इह बनिया 18वीं सदी अंदर, इत्थे एक जीवन सिंह दा नाम दा व्यक्ति वो इत्थों की सेवा संभालदा है। थोड़े चिरे बाद ही उस जीवन सिंह ने इस पावन पवित्र अस्थान नूं अपनी निजी जायदाद समझ के ते कर्म माड़े करन लग पिया सी। तुसीं हैरान होवोगे, सिखां ने गुरु के धामां नूं आज़ाद करवाया, सेवा करवाई, जिमें ननकाना साहिब महंत नरैणू, तरन तारण साहिब नूं। पर गुरसिखा ने उस वेले वक्त बनिया ही नहीं, जां ये राजनीति की भेट उस वेले सरमाएदारां ने इहो जिहा वक्त ही नहीं बनिया कि दमदमा साहिब भी जीवन सिंह पाप कर्म करदा रहा। इहदा कुछ कारण भी रहा। ये जिहड़ा जीवन सिंह सी ना, इहदी घरवाली पटियाले दे राज घराने दी सी। ये थोड़ा अपने राजनीति का कह लो, राज घराने का जोर पा के भी पाप कर्म करता रहा। पर फिर समा पा के इत्थे जदों गुरु के सिखां ने संगतां ने सभावां कीतियां ते जीवन सिंह वर्गे फिर लभे ना, ते इत्थों दी फिर सेवा संभालण विच याद रखियो होर गुरु के सिखां ने सेवा संभाली वक्त वक्त नाल, ते अज तक इस तख्त दी हुण सेवा गुरु की असीसां ते किरपा दे नाल गुरु की सिख संगतां संभालदियां। तख्त दा जथेदार वो मुखिया सेवादार हुंदा है। गुरु किरपा करे अज भी सिख शरधा नाल गुरु की कांशी गुरु के पवित्र अस्थान ते इत्थे शीश झुकाउंदे आ। ते मैनूं याद है कि फिरोजपुर इलाके विच एक परिवार है, समागम ते मैं उत्थे गया ते उन्हां ये गल दसी सी। कहन लगे साडा बच्चा उन्होंने विद्या बड़ी घट आउंदी सी, कुदरत वल्लों छोटी उम्र सी, ते असी शरधा नाल गए दमदमा साहिब। महाराज ने कहा सी ना, एक गुरु की कांशी विद्वान पैदा होणगे, शरधा नाल कोई इत्थे मत्था टेकेगा, मन की भावना पूरी होएगी। ते उत्थे जिहड़ा लिखणसर गुरुद्वारा साहिब है, उत्थे जी अज भी तुहानूं पता है कि 35 अखर ऊड़ा आड़ा लिखिया जाता है, संगत लिखदी आ। कह लगे असीं उत्थे रह के 5 दिन सेवा की, सिमरन किया, गुरु चरनां विच अरदास की, ते अपने बच्चे तो 2 टाइम ऊड़ा आड़ा सवेर शाम लिखवाउणा। कह लगे गुरु कलगीधर पातशाह की किरपा वरती, अज वही बच्चा विद्या विच बहुत चंगे नंबरां नाल बहुत चंगी विद्या पढ़ के तुहानूं धारण करदा पिया। मैं बेनती केवल इन्नी कह रहा कि सिख दा अज भी हिरदा गुरु ते भरोसा करे, गुरु बख्शिश वरता दिंदा है। इत्थे गुरु की कुछ दातां भी पईयां ने, आप जी दर्शन कर दिओ। गुरु के कुछ शास्त्र ने, ते एक वो शीशा भी पिया तख्त ते कि जे किसी दा मुख विंगा होवे
ਤੇ ਕੁਦਰਤ ਵੱਲੋਂ ਸ਼ਰਧਾ ਭਾਵਨਾ ਨਾਲ ਆ ਕੇ ਉਸ ਸ਼ੀਸ਼ੇ ਦੇ ਦੀਦਾਰ ਕਰੇ ਤੇ ਦਸਮ ਪਾਤਸ਼ਾਹ ਕਿਰਪਾ ਵਰਤਾ ਕੇ ਅਰੋਗਤਾ ਬਖਸ਼ ਦਿਆ। ਇਹ ਸਾਡਾ ਇਹ ਤਖਤ ਹੈ ਸਾਡਾ ਸ੍ਰੀ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਦੀ ਧਰਤੀ ਤੇ। ਸੰਖੇਪ ਜਿਹਾ ਆਪਾਂ ਇਤਿਹਾਸ ਵਿਚਾਰਿਆ। ਗੁਰਮੁਖੋ ਇੱਕ ਪੰਜਵਾਂ ਤਖਤ ਹੋਰ ਜਿਸ ਨੂੰ ਆਪਾਂ ਕੱਲ੍ਹ ਵਿਚਾਰਾਂਗੇ ਉਹ ਹਜੂਰ ਸਾਹਿਬ ਦੀ ਧਰਤੀ ਤੇ ਹੈ। ਤੇ ਫਿਰ ਗੁਰਧਾਮ ਅਰਦਾਸ ਵਿੱਚ ਪੜ੍ਹਦੇ ਹਾਂ, ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਜੀ ਕਾ ਧਿਆਨ ਧਰ ਬੋਲੋ ਜੀ ਵਾਹਿਗੁਰੂ। ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ